आज़ादी दा अमृत महा उत्सव। शहीद भाई प्रेम सिंह पुत्र जीवन सिंह पिंड सुर सिंह जिला अमृतसर, ਉਹ ਮੀਆਂ ਮੀਰ ਛਾਉਣੀ ਲਾਹੌਰ ਵਿੱਚ ਬੇਝਿਜਕ ਸਰਗਰਮ ਅਤੇ ਗਦਰ ਪਾਰਟੀ ਦੇ ਉਦੇਸ਼ ਲਈ ਬੇਖੌਫ ਮੌਤ ਦੀ ਪਰਵਾਹ ਨਾ ਕਰਦਾ ਹੋਇਆ ਅੰਗਰੇਜ਼ੀ ਰਾਜ ਦਾ ਕੱਟੜ ਦੁਸ਼ਮਣ ਸੀ। ਉਸ ਦੇ ਯੁੱਧ ਸਾਥੀ ਹਰਭਜਨ ਸਿੰਘ ਚਮਿੰਡਾ ਨੇ ਉਸ ਬਾਰੇ ਲਿਖਿਆ, ਆਪ ਛੋਟੇ ਕੱਦ ਦਾ ਬਹੁਤ ਜੋਸ਼ੀਲਾ ਸੱਜਣ ਸੀ, ਲਾਲ ਰੰਗ ਅਨਾਰ ਦੇ ਦਾਣੇ ਵਰਗਾ। ਪੱਧਰੀ ਦੇ ਜ਼ੈਲਦਾਰ ਕਪੂਰ ਸਿੰਘ ਨੂੰ ਸੋਧਣ ਦੇ ਜੁਰਮ ਵਿੱਚ ਫਾਂਸੀ ਤੇ ਲੱਗਿਆ। ਜੇਲ੍ਹ ਦੀ ਹਵਾਲਾਤ ਵਿੱਚ ਵੀ ਨੌਕਰਾਂ ਅਤੇ ਹਾਕਮਾਂ ਨਾਲ ਟੱਕਰਾਂ ਲੈਂਦਾ ਰਿਹਾ। ਜੇਲ੍ਹ ਅੰਦਰ ਉਸ ਦੀ ਇੰਨੀ ਧਾਂਕ ਸੀ ਕਿ ਇੱਕ ਵਾਰ ਕਾਲੀ ਵਰਦੀ ਵਾਲੇ ਇੱਕ ਨੰਬਰਦਾਰ ਦੀ ਪਿੱਠ ਉੱਪਰ ਉਸਨੇ ਜ਼ੋਰ ਦੀ ਲੱਤ ਮਾਰੀ, ਪਰ ਉਹ ਬਿਰਕ ਨਹੀਂ ਸੀ ਸਕਿਆ। ਆਪ ਬਾਬਤ ਪੰਜਾਬ ਵਿੱਚ ਇਹ ਮਸ਼ਹੂਰ ਸੀ ਕਿ ਉਸਨੇ ਲੁਧਿਆਣੇ ਤੋਂ 4 ਖੋਤੇ ਗਦਰ ਪਾਰਟੀ ਦੀਆਂ ਲਿਖਤਾਂ ਨਾਲ ਲੱਦ ਲਏ ਤੇ ਉਹ ਦਿੱਲੀ ਤੱਕ ਵੰਡਦਾ ਪੈਦਲ ਹੀ ਚਲਾ ਗਿਆ ਸੀ। ਨਿੱਕਾ ਕੱਦ ਬੇਹੱਦ ਸੀ ਜੋਸ਼ ਵਾਲਾ, ਚਿਹਰਾ ਚੰਦ ਵਾਂਗੂ ਡਲਕਾਂ ਮਾਰਦਾ ਸੀ। ਸੀਨੇ ਦਹਿਲ ਜਾਂਦੇ ਉਦੋਂ ਜ਼ਾਲਮਾਂ ਦੇ ਜਦੋਂ ਆਣ ਕੇ ਵੀਰ ਪਬਕਾਰਦਾ ਸੀ। ਕੌਮੀ ਅਣਖ ਉੱਪਰ ਮਰ ਮਿਟਣ ਵਾਲਾ ਬੜਾ ਨੇਕ ਖਿਆਲ ਦਾ ਸਰਦਾਰ ਸੀ। ਅੰਗਰੇਜ਼ ਹੁਕੂਮਤ ਨੇ ਉਸ ਦੇ ਬਾਰੇ ਲਿਖਿਆ, ਭਾਵੇਂ ਪ੍ਰੇਮ ਸਿੰਘ ਗਰੁੱਪ ਦਾ ਆਗੂ ਨਹੀਂ ਸੀ, ਪਰ ਉਹ ਇੱਕ ਨਿਤੜਕ ਕਿਸਮ ਦਾ ਇਨਕਲਾਬੀ ਸੀ। ਉਸ ਦੇ ਭਾਵੇਂ ਬਹੁਤ ਸਾਰੇ ਸਾਥੀ ਫੜੇ ਜਾ ਚੁੱਕੇ ਸਨ, ਪਰ ਉਸ ਦੇ ਮਨੋਬਲ ਵਿੱਚ ਰਤਾ ਭਰ ਕਮਜ਼ੋਰੀ ਨਾ ਆਈ। ਮੀਆਂ ਮੀਰ ਛਾਉਣੀ ਲਾਹੌਰ ਦੇ 23ਵੇਂ ਰਸਾਲੇ ਵਿੱਚ ਇਨਕਲਾਬੀ ਅੱਗ ਤੁਖਦੀ ਰੱਖਣ ਵਾਸਤੇ ਉਹ ਜਿੰਦ ਜਾਨ ਸੀ। ਸਿਰਲੱਥ ਕਿਸਮ ਦਾ ਉਹ ਹਰ ਸਮੇਂ ਅੰਗਰੇਜ਼ੀ ਸਰਕਾਰ ਨੂੰ ਨੁਕਸਾਨ ਪਹੁੰਚਾਉਣ ਦੀ ਧੁਨ ਵਿੱਚ ਰਹਿੰਦਾ ਸੀ। ਪਹਿਲੇ ਲਾਹੌਰ ਸਾਜ਼ਿਸ਼ ਕੇਸ 1915-16 ਵਿੱਚ ਉਸ ਨੂੰ ਫਾਂਸੀ ਲਾ ਕੇ ਸ਼ਹੀਦ ਕੀਤਾ ਗਿਆ। ਰਾਮ ਸ਼ਰਨ ਦਾਸ ਕਪੂਰਥਲਾ। ਰਾਮ ਸ਼ਰਨ ਦਾਸ ਆਜ਼ਾਦੀ ਸੰਗਰਾਮ ਦਾ ਅਜਿਹਾ ਦੇਸ਼ ਭਗਤ ਸੀ ਜੋ ਬੰਗਾਲ ਦੀ ਸਵਦੇਸ਼ੀ ਲਹਿਰ ਤੋਂ ਪ੍ਰਭਾਵਿਤ ਹੋ ਕੇ ਪਗੜੀ ਸੰਭਾਲ ਜੱਟਾ ਲਹਿਰ, ਲਾਰਡ ਹਰਡਿੰਗ ਬੰਬ ਕੇਸ, ਗਦਰ ਲਹਿਰ ਅਤੇ ਭਾਰਤ ਨੌਜਵਾਨ ਸਭਾ ਆਦਿ ਲਹਿਰਾਂ ਵਿੱਚ ਨਿਰੰਤਰ ਸੰਘਰਸ਼ੀਲ ਰਿਹਾ ਅਤੇ ਵਾਰ-ਵਾਰ ਜੇਲ੍ਹਾਂ ਵਿੱਚ ਜਾਂਦਾ ਰਿਹਾ। ਆਪ ਦਾ ਜਨਮ ਰਿਆਸਤ ਕਪੂਰਥਲਾ ਵਿੱਚ ਸੰਤ ਰਾਮ ਖੱਤਰੀ ਦੇ ਘਰ ਹੋਇਆ। ਉਹ ਐਫਏ ਦੀ ਪੜ੍ਹਾਈ ਕਰ ਰਹੇ ਸਨ ਕਿ ਬੰਗਾਲ ਦੀ ਵੰਡ ਦੇ ਵਿਰੁੱਧ ਦੇਸ਼ ਭਰ ਵਿੱਚ ਰੋਸ ਫੈਲ ਗਿਆ। ਇਸ ਸਮੇਂ ਸਵਦੇਸ਼ੀ ਲਹਿਰ ਦੀ ਸ਼ੁਰੂਆਤ ਹੋਈ ਤਾਂ ਰਾਮ ਸ਼ਰਨ ਦਾਸ ਨੇ ਸਾਥੀ ਮਿੱਤਰਾਂ ਨਾਲ ਮਿਲ ਕੇ ਖੱਦਰ ਦੇ ਕੱਪੜੇ ਪਹਿਨ ਲਏ ਤੇ ਦੇਸ਼ ਭਗਤੀ ਵਿੱਚ ਰੰਗੇ ਗਏ। ਗਦਰ ਪਾਰਟੀ ਸਮੇਂ 1915 ਵਿੱਚ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿੱਚ ਉਹਨਾਂ ਨੂੰ ਮੌਤ ਦੀ ਸਜ਼ਾ ਦਾ ਹੁਕਮ ਹੋਇਆ, ਪਰ ਪਿੱਛੋਂ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਹੋ ਗਈ ਤੇ ਇਹ ਸਜ਼ਾ ਅੰਡੇਮਾਨ ਜੇਲ੍ਹ ਵਿੱਚ ਭੁਗਤੀ। ਰਿਹਾਈ ਪਿੱਛੋਂ ਉਹ ਸ਼ਹੀਦ ਭਗਤ ਸਿੰਘ ਦੀ ਭਾਰਤ ਨੌਜਵਾਨ ਸਭਾ ਦੀ ਪਿੱਠ ਤੇ ਆ ਕੇ ਸਰਗਰਮ ਰਹੇ ਅਤੇ ਜੇਲ੍ਹ ਯਾਤਰਾ ਕੀਤੀ। ਮਦਰਾਸ ਦੀ ਪੈਂਟੈਨਰੀ ਜੇਲ੍ਹ ਵਿੱਚ ਉਹਨਾਂ ਕਾਵਿ ਪੁਸਤਕ ਡ੍ਰੀਮਲੈਂਡ 1926 ਨੂੰ ਲਿਖੀ ਤੇ ਉਸ ਦੀ ਭੂਮਿਕਾ ਸ਼ਹੀਦ ਭਗਤ ਸਿੰਘ ਹੋਰਾਂ ਲਿਖੀ। ਆਪਨੇ ਗਦਰ ਲਹਿਰ ਸਮੇਂ ਰਾਸ ਬਿਹਾਰੀ ਬੋਸ ਲਈ ਕਿਰਾਏ ਤੇ ਮਕਾਨ ਲੈਣ ਲਈ ਆਪਣੀ ਸੁਪਤਨੀ ਸਤਿਆਵਤੀ ਨੂੰ ਰਾਸ ਬਿਹਾਰੀ ਦੀ ਫਰਜ਼ੀ ਪਤਨੀ ਬਣਾ ਕੇ ਲਾਹੌਰ ਸ਼ਹਿਰ ਵਿੱਚ 2 ਮਕਾਨ ਕਿਰਾਏ ਉੱਪਰ ਪਾਰਟੀ ਨੂੰ ਲੈ ਕੇ ਦਿੱਤੇ, ਜਿਸ ਤੋਂ ਉਹਨਾਂ ਦੀ ਤੇ ਉਹਨਾਂ ਦੀ ਪਤਨੀ ਸਤਿਆਵਤੀ ਦੀ ਆਪਣੀ ਲਹਿਰ ਦੇ ਲਈ ਸਮਰਪਣ ਦੀ ਭਾਵਨਾ ਦੀ ਅਸੀਮਤਾ ਦਾ ਪਤਾ ਲੱਗਦਾ ਹੈ। ਗਦਰੀ ਸ਼ਹੀਦ ਨਿਰੰਜਨ ਸਿੰਘ। ਬਰਮਾ ਵਿੱਚ ਗਏ ਭਾਰਤੀਆਂ ਦੀ ਗਦਰ ਪਾਰਟੀ 1914 ਲਈ ਬੜੀ ਵੱਡੀ ਦੇਣ ਹੈ। ਬਰਮਾ ਸਾਜ਼ਿਸ਼ ਕੇਸ ਪਹਿਲਾ ਅਤੇ ਦੂਜਾ ਜਿਹੜੇ ਰੰਗੂਨ ਵਿੱਚ ਚੱਲੇ, ਉਹਨਾਂ ਵਿੱਚ 25 ਗਦਰੀ ਦੇਸ਼ ਭਗਤਾਂ ਨੂੰ ਸਖਤ ਸਜ਼ਾਵਾਂ ਤੋਂ ਬਿਨਾਂ 6 ਨੂੰ ਫਾਂਸੀ ਦਾ ਹੁਕਮ ਸੁਣਾਇਆ ਗਿਆ।
ਇਹਨਾਂ ਵਿੱਚੋਂ ਭਾਈ ਨਿਰੰਜਨ ਸਿੰਘ ਇੱਕ ਸਨ। ਭਾਈ ਨਿਰੰਜਨ ਸਿੰਘ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸੰਗਤਪੁਰ ਦੇ ਸਰਦਾਰ ਜਵਾਲਾ ਸਿੰਘ ਦੇ ਘਰ 1890 ਵਿੱਚ ਹੋਇਆ ਸੀ ਅਤੇ ਚੰਗੀ ਵਿੱਦਿਆ ਪ੍ਰਾਪਤ ਕਰਕੇ ਆਪਣੇ ਚਾਚਾ ਕਾਲਾ ਸਿੰਘ ਕੋਲ ਸਿਆਮ ਜਾ ਕੇ ਓਵਰਸੀਅਰ ਲੱਗ ਗਏ। ਗਦਰ ਪਾਰਟੀ ਦਾ ਅਸਰ ਇੱਥੇ ਵੀ ਹੋਇਆ ਅਤੇ ਇੱਥੇ ਹੀ ਗਦਰ ਪਾਰਟੀ ਦਾ ਕੇਂਦਰ ਸਥਾਪਿਤ ਹੋ ਗਿਆ। ਗਦਰ ਪਾਰਟੀ ਦੇ ਰਹਿ ਜਾਣ ਕਰਕੇ ਜਦੋਂ ਨਿਰੰਜਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਨਾਂ ਨੂੰ ਮਾਂਡਲੇ ਜੇਲ੍ਹ ਵਿੱਚ 19 ਨਵੰਬਰ 1916 ਨੂੰ ਫਾਂਸੀ ਲਾ ਕੇ ਸਾਥੀਆਂ ਸਮੇਤ ਸ਼ਹੀਦ ਕਰ ਦਿੱਤਾ ਗਿਆ। ਫਾਂਸੀ ਲੱਗਣ ਤੋਂ ਕੁਝ ਸਮਾਂ ਪਹਿਲਾਂ ਉਹਨਾਂ ਉਰਦੂ ਵਿੱਚ ਇੱਕ ਖਤ ਆਪਣੇ ਸਹੁਰਾ ਸਰਦਾਰ ਭੋਲਾ ਸਿੰਘ ਨੂੰ ਪਿੰਡ ਸਬੱਦੀ ਦੇ ਡਾਕਖਾਨੇ ਦੇ ਪਤੇ ਉੱਪਰ ਲਿਖਿਆ। ਹੇਠ ਲਿਖੇ ਵਾਕ ਮੈਂ ਆਪਣੀ ਪਿਆਰੀ ਪਤਨੀ ਲਈ ਲਿਖੇ ਹਨ। ਮੇਰੇ ਵੱਲੋਂ ਦੋਵੇਂ ਲੜਕੀਆਂ ਨੂੰ ਕੋਲ ਬਿਠਾ ਕੇ ਕਹਿਣਾ ਕਿ ਅੱਗੋਂ ਤੋਂ ਉਹ ਮਿਲ ਜੁਲ ਕੇ ਰਹਿਣ। ਮੈਂ ਉਹਨਾਂ ਗਲਤੀਆਂ ਲਈ ਜਿਹੜੀਆਂ ਕਦੇ ਮੇਰੇ ਤੋਂ ਹੋਈਆਂ ਹਨ ਹੱਥ ਜੋੜ ਕੇ ਮਾਫੀ ਮੰਗਦਾ ਹਾਂ। ਹੁਣ ਮੈਂ ਪਛਤਾਉਣਾ ਹਾਂ। ਉਮੀਦ ਹੈ ਮੇਰੀ ਮਾਫੀ ਉਹਨਾਂ ਦੇ ਦਿਲ ਦਾ ਗਮ ਦੂਰ ਕਰ ਦੇਵੇ। ਇਹ ਵਾਕ ਮੈਂ ਫਿਰ ਲਿਖਦਾ ਹਾਂ ਕਿ ਮੇਰੀ ਪਿਆਰੀ ਪਤਨੀ ਭਾਵ ਤੁਹਾਡੀ ਲੜਕੀ ਨੂੰ ਆਪਣੇ ਵੱਲੋਂ ਇਜਾਜ਼ਤ ਦਿੰਦਾ ਹਾਂ ਕਿ ਉਹ ਮੇਰੇ ਤਿੰਨਾਂ ਭਰਾਵਾਂ ਵਿੱਚੋਂ ਕਿਸੇ ਇੱਕ ਨਾਲ ਰਸਮ ਅਨੁਸਾਰ ਸ਼ਾਦੀ ਕਰ ਲਵੇ। ਇਸ ਗੱਲ ਦੀ ਕੋਈ ਸ਼ਰਮ ਨਹੀਂ ਕਿਉਂਕਿ ਮੈਂ ਖੁਦ ਇਸ ਦੀ ਇਜਾਜ਼ਤ ਦਿੰਦਾ ਹਾਂ। ਇਸ ਲਈ ਕੋਈ ਹੀਲ ਹੁਜਤ ਨਾ ਕੀਤੀ ਜਾਵੇ। ਇੰਜ ਕਰਨਾ ਮੇਰੇ ਲਈ ਬਹੁਤ ਹੀ ਚੰਗਾ ਹੋਏਗਾ। ਜੇ ਉਹ ਅਜਿਹਾ ਨਹੀਂ ਕਰੇਗੀ ਤਾਂ ਮੈਂ ਤਾਂ ਉਸ ਨੂੰ ਆ ਕੇ ਨਹੀਂ ਦੇਖਣਾ, ਪਰ ਮੇਰੀ ਰੂਹ ਨੂੰ ਇਹ ਦੇਖ ਕੇ ਜ਼ਰੂਰ ਸੱਟ ਵੱਜੇਗੀ। ਸ਼ਹੀਦ ਨਿਰੰਜਨ ਸਿੰਘ ਦੀ ਚਿੱਠੀ ਦੀ ਵਾਰਤਾ ਪੜ੍ਹ ਕੇ ਹਿਰਦੇ ਪਸੀਜੇ ਜਾਂਦੇ ਹਨ। ਕੁਝ ਪਲਾਂ ਪਿੱਛੋਂ ਅਜਿਹੀ ਆਹਟ ਮਹਿਸੂਸ ਹੁੰਦੀ ਹੈ ਚਿੰਗਿਆੜੀ ਵਰਗੀ, ਤੇ ਫਿਰ ਉਸ ਦੀ ਕੁਰਬਾਨੀ ਅੱਗੇ ਸਿਰ ਝੁਕਣੋਂ ਨਹੀਂ ਰਹਿ ਸਕਦਾ। ਸ਼ਹੀਦ ਰੰਗਾ ਸਿੰਘ ਖੁਰਦਪੁਰ। ਸ਼ਹੀਦ ਭਾਈ ਰੰਗਾ ਸਿੰਘ ਦਾ ਜਨਮ ਪਿਤਾ ਗੁਰਦਿੱਤ ਸਿੰਘ ਅਤੇ ਮਾਤਾ ਰੁਕਮਣੀ ਦੇ ਘਰ ਪਿੰਡ ਖੁਰਦਪੁਰ ਜ਼ਿਲ੍ਹਾ ਜਲੰਧਰ ਵਿੱਚ 1885 ਵਿੱਚ ਹੋਇਆ। 1906 ਵਿੱਚ ਉਹ 30 ਨੰਬਰ ਰਸਾਲਾ 'ਚ ਭਰਤੀ ਹੋਏ। ਫੌਜ ਵਿੱਚ ਉਹ ਹਾਕੀ ਅਤੇ ਕੁਸ਼ਤੀ ਲੜਨ ਵਿੱਚ ਨਿਪੁੰਨ ਸਨ। 1910 ਵਿੱਚ ਝਾਂਸੀ ਦੀ ਛਾਉਣੀ ਵਿੱਚੋਂ ਨੌਕਰੀ ਛੱਡ ਕੇ ਉਹ ਅਮਰੀਕਾ ਦੇ ਸ਼ਹਿਰ ਸੈਨ ਫਰਾਂਸਿਸਕੋ ਚਲੇ ਗਏ, ਜਿੱਥੇ ਗਦਰ ਪਾਰਟੀ ਵਿੱਚ ਸ਼ਾਮਿਲ ਹੋ ਕੇ ਉਹ ਲਾਲਾ ਹਰਦਿਆਲ ਨਾਲ ਸਰਗਰਮ ਹੋ ਗਏ। 1 ਦਸੰਬਰ 1914 ਨੂੰ ਸੈਨ ਫਰਾਂਸਿਸਕੋ ਤੋਂ ਭਾਰਤ ਵਿੱਚ ਗਦਰ ਕਰਨ ਲਈ ਆਏ ਤਾਂ ਜ਼ਿਲ੍ਹਾ ਜਲੰਧਰ ਦੀ ਗਦਰ ਪਾਰਟੀ ਦੇ ਮੁਖੀ ਸਥਾਪਿਤ ਕੀਤੇ ਗਏ। ਗਦਰੀਆਂ ਨਾਲ ਮਿਲ ਕੇ ਫਿਰੋਜ਼ਪੁਰ ਛਾਉਣੀ ਉੱਪਰ ਕਬਜ਼ਾ ਕਰਨ ਲਈ ਭਾਈ ਰਣਧੀਰ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਨਾਲ ਉਹ 200 ਇਨਕਲਾਬੀਆਂ ਵਿੱਚ ਸ਼ਾਮਿਲ ਸਨ। ਪਰ ਕਿਲੇ ਅੰਦਰਲੇ ਹਾਲਾਤ ਦਾ ਪਤਾ ਕਰਕੇ ਕਰਤਾਰ ਸਿੰਘ ਸਰਾਭਾ ਜਦੋਂ ਦੇਰ ਨਾਲ ਵਾਪਸ ਆਇਆ ਤਾਂ ਉਸਨੇ ਦੱਸਿਆ ਕਿ ਸਰਕਾਰ ਨੂੰ ਭੇਦ ਲੱਗ ਚੁੱਕਿਆ ਹੈ, ਇਸ ਲਈ ਜਿੱਧਰ ਨੂੰ ਵੀ ਰਾਹ ਨਿਕਲਦਾ ਹੈ ਬਚਣ ਵਾਸਤੇ ਨਿਕਲ ਜਾਓ। ਇਸ ਘਟਨਾ ਵਿੱਚ ਸ਼ਾਮਿਲ ਹਰਭਜਨ ਸਿੰਘ ਚਮਿੰਡਾ ਨੇ ਇਸ ਅਸਫਲ ਕੋਸ਼ਿਸ਼ ਬਾਰੇ ਲਿਖਿਆ ਹੈ। ਰਾਵਲਪਿੰਡੀ, ਲਾਹੌਰ, ਫਿਰੋਜ਼ਪੁਰ ਵਿੱਚ ਫੌਜਾਂ ਤਿਆਰ ਬਰਤਿਆਰ ਸਨ ਲੜਨ ਦੇ ਲਈ। ਕਿਰਪਾਲ ਸਿੰਘ ਦਾ ਨਾਂ ਹੁੰਦਾ ਗਰਕ ਬੇੜਾ, ਡੇਟ ਬਦਲਦੀ ਨਾ ਗਦਰ ਕਰਨ ਦੇ ਲਈ। ਦਰਦੀ ਵੀਰ ਨਾ ਛਾਉਣੀਓਂ ਬਾਹਰ ਹੁੰਦੇ, ਫੌਜਾਂ ਤਿਆਰ ਸਨ ਕਿਲੇ ਵਿੱਚ ਵੜਨ ਦੇ ਲਈ। ਇੱਕ ਵਜੇ ਕਰਤਾਰ ਨੇ ਕਿਹਾ ਕਿ ਉੱਥੋਂ ਖਿਸਕੋ ਮੰਤਰ ਪੜਨ ਦੇ ਲਈ। ਹੋਤੀ ਮਰਦਾਨ ਵਿੱਚੋਂ ਗੱਦਾਰ ਬਹਾਦਰ ਸਿੰਘ ਕਵਿੰਡ ਦੀ ਬੇਈਮਾਨੀ ਕਾਰਨ ਰੰਗਾ ਸਿੰਘ ਖੁਰਦਪੁਰ, ਬੀਰ ਸਿੰਘ ਬਾਹੋਵਾਲ, ਈਸ਼ਰ ਸਿੰਘ ਟੁੱਡੀਕੇ, ਉੱਤਮ ਸਿੰਘ ਹਾਂਸ ਅਤੇ ਰੂੜ ਸਿੰਘ ਚੂੜਚੱਕ ਨੂੰ ਗ੍ਰਿਫਤਾਰ ਕਰਕੇ ਉਹਨਾਂ ਉੱਪਰ ਮੁਕੱਦਮਾ ਚਲਾਇਆ ਗਿਆ। ਸਾਰਿਆਂ ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਮੌਤ ਦੀ ਸਜ਼ਾ ਸੁਣਾ ਕੇ 18 ਜੂਨ 1916 ਨੂੰ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਗਿਆ।
ਸ਼ਹੀਦ ਜਵੰਦ ਸਿੰਘ ਨੰਗਲ ਕਲਾਂ। ਭਾਈ ਜਵੰਦ ਸਿੰਘ ਕੈਨੇਡਾ ਤੋਂ ਦੇਸ਼ ਦੀ ਆਜ਼ਾਦੀ ਲਈ ਆਏ ਅਜਿਹੇ ਦੇਸ਼ ਭਗਤ ਸਨ ਜਿਨ੍ਹਾਂ ਹਕੂਮਤ ਵਿਰੁੱਧ ਕਾਰਵਾਈਆਂ ਕਰਕੇ ਅੰਗਰੇਜ਼ਾਂ ਨੂੰ ਹੱਥਾਂ ਪੈਰਾਂ ਦੀ ਪਾਈ ਰੱਖੀ। ਉਹਨਾਂ ਦੇ ਸਾਰੇ ਸਾਥੀ ਫੜੇ ਗਏ ਜਾਂ ਫਿਰ ਸ਼ਹੀਦ ਹੋ ਗਏ, ਪਰ ਫਿਰ ਵੀ ਉਹ ਇਕੱਲੇ ਆਪਣੇ ਨਿਸ਼ਾਨੇ ਵਾਸਤੇ ਜੂਝਦੇ ਰਹੇ। ਅੰਤ ਘਰ ਦੇ ਭੇਤੀ ਨੇ ਹੀ ਧੋਖੇ ਨਾਲ ਉਹਨਾਂ ਨੂੰ ਗ੍ਰਿਫਤਾਰ ਕਰਵਾ ਕੇ ਮੌਤ ਦੇ ਮੂੰਹ ਵਿੱਚ ਪਾ ਦਿੱਤਾ। ਭਾਈ ਜਵੰਦ ਸਿੰਘ ਦਾ ਜਨਮ 1891 ਵਿੱਚ ਹੁਸ਼ਿਆਰਪੁਰ ਦੇ ਪਿੰਡ ਨੰਗਲ ਕਲਾਂ ਵਿਖੇ ਪਿਤਾ ਨਾਰਾਇਣ ਸਿੰਘ ਅਤੇ ਮਾਤਾ ਗੁਜਰੀ ਦੇ ਘਰ ਹੋਇਆ। ਜਵਾਨੀ ਵਿੱਚ ਪੈਰ ਰੱਖਦੇ ਹੀ ਉਹ ਵਿਦੇਸ਼ ਜਾਣ ਵਾਸਤੇ ਬਜ਼ਿੱਦ ਹੋ ਗਏ। ਪਿਤਾ ਦੇ ਨਾਂ ਚਾਹੁੰਦਿਆਂ 1907 ਵਿੱਚ ਵੱਡੇ ਭਰਾ ਹੀਰਾ ਸਿੰਘ ਦੇ ਨਾਲ ਕੈਨੇਡਾ ਪੁੱਜ ਗਏ। 26 ਮਈ 1914 ਨੂੰ ਪੰਜਾਬੀਆਂ ਦਾ ਭਰਿਆ ਕਾਮਾਗਾਟਾ ਮਾਰੂ ਨਾਂ ਦਾ ਸਮੁੰਦਰੀ ਜਹਾਜ਼ ਵਿਕਟੋਰੀਆ ਤੋਂ ਵੈਨਕੂਵਰ ਪੁੱਜਣ ਤੇ ਅੰਗਰੇਜ਼ੀ ਪੁਲਿਸ ਵੱਲੋਂ ਰੋਕ ਕੇ ਭੁੱਖਣ ਪਾਣੇ ਭਾਰਤ ਵੱਲ ਭੇਜਿਆ ਗਿਆ ਤੇ ਬਜਬਜ ਘਾਟ ਉੱਪਰ ਆ ਕੇ ਉਹਨਾਂ ਉੱਪਰ ਗੋਲੀ ਚਲਾਈ ਗਈ। ਗੋਲੀ ਨਾਲ 19 ਮੁਸਾਫਿਰ ਸ਼ਹੀਦ ਹੋ ਗਏ ਸਨ। ਇਸ ਹਿਰਦੇ ਵੇਦਕ ਘਟਨਾ ਨੇ ਪ੍ਰਵਾਸੀ ਹਿੰਦੀਆਂ ਅੰਦਰ ਅੰਗਰੇਜ਼ਾਂ ਪ੍ਰਤੀ ਗੁੱਸਾ ਅਤੇ ਰੋਹ ਭਰ ਦਿੱਤਾ ਤੇ ਉਹ ਗਦਰ ਪਾਰਟੀ ਦੇ ਸੰਦੇਸ਼ ਤੇ ਵਿਦੇਸ਼ਾਂ ਵਿੱਚੋਂ ਕੰਮਕਾਰ ਛੱਡ ਕੇ ਭਾਰਤ ਰਵਾਨਾ ਹੋਏ। ਗਦਰ ਗੂੰਜ ਵਿੱਚ ਲਿਖਿਆ ਹੈ, ਚਲੋ ਚੱਲੀਏ ਦੇਸ਼ ਨੂੰ ਯੁੱਧ ਕਰਕੇ, ਇਹੋ ਆਖਰੀ ਬਚਨ ਫਰਮਾਨ ਹੋ ਗਏ। ਭਾਈ ਜਵੰਦ ਸਿੰਘ ਬਾਬਾ ਸੋਹਣ ਸਿੰਘ ਪਕਨਾ ਸਮੇਤ ਨਾਮ ਸੰਗ ਜਹਾਜ਼ ਰਾਹੀਂ 13 ਅਕਤੂਬਰ 1914 ਨੂੰ ਕਲਕੱਤਾ ਪਹੁੰਚੇ। ਪੰਜਾਬ ਆ ਕੇ ਉਹ ਗਦਰ ਪਾਰਟੀ ਦੀਆਂ ਸਰਗਰਮੀਆਂ ਵਿੱਚ ਰੁੱਝ ਗਏ ਅਤੇ ਅੰਗਰੇਜ਼ਾਂ ਵਿਰੁੱਧ ਸੰਘਰਸ਼ ਕਰਦੇ ਫੜੇ ਗਏ। ਉਹਨਾਂ ਉੱਪਰ ਚੱਲੇ ਮੁਕੱਦਮੇ ਵਿੱਚ ਦਿੱਤੇ ਫੈਸਲੇ ਅਨੁਸਾਰ 17 ਜੁਲਾਈ 1917 ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਭਾਈ ਜਵੰਦ ਸਿੰਘ ਜੀ ਨੂੰ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦ ਬਾਬੂ ਹਰਨਾਮ ਸਿੰਘ ਸਾਰੀ। 20ਵੀਂ ਸਦੀ ਦੇ ਮੁੱਢਲੇ ਪ੍ਰਵਾਸੀ ਦੌਰ ਵਿੱਚ ਬਾਬੂ ਹਰਨਾਮ ਸਿੰਘ ਦਾ ਮਹੱਤਵਪੂਰਨ ਸਥਾਨ ਹੈ, ਜਿਨ੍ਹਾਂ ਦਾ ਜਨਮ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸਾਰੀ ਦੇ ਸਰਦਾਰ ਲਾਭ ਸਿੰਘ ਦੇ ਘਰ ਹੋਇਆ। 20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਜਦੋਂ ਉਹ ਹਾਂਗਕਾਂਗ ਵਿੱਚ ਸਨ ਤਾਂ ਆਪਣੀ ਕਿਰਤ ਕਰਨ ਤੋਂ ਬਿਨਾਂ ਉਹ ਪੰਜਾਬੀ ਅਤੇ ਦੂਜੇ ਪ੍ਰਵਾਸੀਆਂ ਦੀਆਂ ਚਿੱਠੀਆਂ ਲਿਖਣ ਅਤੇ ਪੜ੍ਹਨ ਅਤੇ ਲੋੜੀਂਦੇ ਕਾਗਜ਼ਾਤ ਤਿਆਰ ਕਰਨ ਵਿੱਚ ਸਹਾਇਤਾ ਕਰਦੇ ਸਨ। ਅੰਗਰੇਜ਼ੀ ਬੋਲਣ ਵਿੱਚ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਸੀ, ਜਿਸ ਕਰਕੇ ਉਹਨਾਂ ਨੂੰ ਬਾਬੂ ਹਰਨਾਮ ਸਿੰਘ ਕਹਿ ਕੇ ਹਰ ਕੋਈ ਬੁਲਾਉਂਦਾ ਸੀ। ਅਮਰੀਕਾ ਕੈਨੇਡਾ ਵਿੱਚ ਰਹਿੰਦਿਆਂ ਉਹਨਾਂ ਭਾਰਤੀਆਂ ਨੂੰ ਆਜ਼ਾਦੀ ਪ੍ਰਤੀ ਜਾਗਰੂਕ ਕਰਨ ਵਿੱਚ ਬੜੀ ਘਾਲਣਾ ਘਾਲੀ ਸੀ। ਕੈਨੇਡਾ ਤੋਂ ਉਹਨਾਂ ਹਿੰਦੁਸਤਾਨ ਨਾਮ ਦਾ ਅਖਬਾਰ ਸ਼ੁਰੂ ਕੀਤਾ ਸੀ। ਬਰਮਾ ਸਿਆਮ ਵਿੱਚ ਕਾਰਵਾਈਆਂ ਲਈ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਤਾਂ ਉਹ ਪਾਰਟੀ ਹੈੱਡਕੁਆਰਟਰ ਸਾਨ ਫਰਾਂਸਿਸਕੋ ਤੋਂ ਬਰਮਾ ਸਿਆਮ ਸਕੀਮ ਲਈ ਭੇਜੇ ਗਏ ਸਨ। ਸਿਆਮ ਪਹੁੰਚਣ ਉਪਰੰਤ ਗਦਰੀ ਕਾਰਵਾਈਆਂ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੇ ਬਹਾਦਰ ਸ਼ਾਹ ਜ਼ਫਰ ਦੀ ਕਬਰ ਉੱਪਰ ਜਾ ਕੇ ਸਹੁੰ ਖਾਧੀ ਸੀ। ਉਹਨਾਂ ਦੀ ਸ਼ਖਸੀਅਤ ਦਾ ਪੱਖ ਇਸ ਘਟਨਾ ਤੋਂ ਜ਼ਾਹਿਰ ਹੁੰਦਾ ਹੈ ਕਿ ਚਾਲੀਆ ਰਾਮ ਸਾਨੇਵਾਲ ਨੇ ਬਰਮਾ ਵਿੱਚ ਫੜੇ ਜਾਣ ਤੇ ਮੌਤ ਦੀ ਸਜ਼ਾ ਵਿਰੁੱਧ ਅਪੀਲ ਕਰਨੋਂ ਇਹ ਕਹਿ ਕੇ ਨਾ ਕਰ ਦਿੱਤੀ ਸੀ ਕਿ ਉਹ ਮੌਤ ਨੂੰ ਤਾਂ ਗਲੇ ਲਗਾ ਸਕਦਾ ਹੈ, ਪਰ ਬਾਬੂ ਹਰਨਾਮ ਸਿੰਘ ਵਰਗੇ ਮਹਾਤਮਾ ਦਾ ਸਾਥ ਨਹੀਂ ਛੱਡ ਸਕਦਾ। ਪ੍ਰਵਾਸੀ ਭਾਰਤੀਆਂ ਦੇ ਮੁੱਢਲੇ ਦੌਰ ਸਮੇਂ ਮਾਨਵੀ ਅਧਿਕਾਰਾਂ ਤੋਂ ਲੈ ਕੇ ਗਦਰ ਪਾਰਟੀ ਦਾ ਗਠਨ ਅਤੇ ਗਦਰੀ ਕਾਰਵਾਈਆਂ ਲਈ ਉਹਨਾਂ ਦੀ ਭੂਮਿਕਾ ਨੂੰ ਸਾਹਮਣੇ ਰੱਖ ਕੇ ਬਸਤੀਵਾਦੀ ਹਕੂਮਤ ਨੇ ਬਰਮਾ ਸਾਜ਼ਿਸ਼ ਕੇਸ ਵਿੱਚ ਮੌਤ ਦੀ ਸਜ਼ਾ ਸੁਣਾ ਕੇ ਉਹਨਾਂ ਨੂੰ ਮਾਂਡਲੇ ਜੇਲ੍ਹ ਭੇਜ ਦਿੱਤਾ, ਜਿੱਥੇ ਫਾਂਸੀ ਲਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਗਦਰੀ ਦੇਸ਼ ਭਗਤ ਪੰਡਿਤ ਜਗਤ ਰਾਮ ਹਰਿਆਣਾ। ਜਗਤ ਰਾਮ ਉਰਫ ਸੰਤ ਰਾਮ ਪੁੱਤਰ ਦਿੱਤਾਮਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਤਿਹਾਸਿਕ ਕਸਬਾ ਹਰਿਆਣਾ ਵਿੱਚ ਪੈਦਾ ਹੋਏ। ਉਚੇਰੀ ਪੜ੍ਹਾਈ ਵਾਸਤੇ ਸਨ 1911 ਵਿੱਚ ਜਦ ਅਮਰੀਕਾ ਗਏ ਤਾਂ ਉੱਥੇ ਲਾਲਾ ਹਰਦਿਆਲ ਦੇ ਸੰਪਰਕ ਵਿੱਚ ਆ ਕੇ ਉਹ ਗਦਰ ਪਾਰਟੀ ਵਿੱਚ ਸ਼ਾਮਿਲ ਹੋ ਗਏ।
ਲਾਲਾ ਜੀ ਦੇ ਲੈਫਟੀਨੈਂਟ ਸਮਝੇ ਜਾਂਦੇ ਪੰਡਿਤ ਜੀ ਨੇ ਬੰਬ ਬਣਾਉਣ ਦੀ ਸਿੱਖਿਆ ਲਈ। ਬਾਬਾ ਜਵਾਲਾ ਸਿੰਘ ਠੱਠੀਆਂ ਦੇ ਸਟਾਕਟਨ ਕੈਲੀਫੋਰਨੀਆ ਵਾਲੇ ਫਾਰਮ ਵਿੱਚ ਅਭਿਆਸ ਕਰਦੇ ਰਹੇ। ਗਦਰ ਪਾਰਟੀ ਦੇ ਸੱਦੇ ਉੱਪਰ ਉਹ 29 ਅਗਸਤ 1914 ਨੂੰ ਸਾਥੀਆਂ ਨਾਲ ਭਾਰਤ ਰਵਾਨਾ ਹੋਏ। ਉਹਨਾਂ ਦੇ ਹਾਂਗਕਾਂਗ ਪੁੱਜਣ ਤੇ ਪਾਰਟੀ ਦੀ ਕਾਰਜਕਾਰੀ ਕਮੇਟੀ ਬਣਾਈ ਗਈ, ਜਿਸ ਦੇ ਉਹ ਮੈਂਬਰ ਲੈ ਗਏ। ਅਕਤੂਬਰ 1914 ਨੂੰ ਜਦੋਂ ਉਹ ਕਲਕੱਤੇ ਪੁੱਜੇ ਤਾਂ ਸਾਰੇ ਆਗੂ ਗ੍ਰਿਫਤਾਰ ਕਰ ਲਏ ਗਏ, ਪਰ ਜਗਤ ਰਾਮ ਕੁਝ ਹਥਿਆਰਾਂ ਸਮੇਤ ਬਚ ਕੇ ਨਿਕਲ ਗਏ। ਪੰਜਾਬ ਵਿੱਚ ਗਦਰੀ ਸਰਗਰਮੀਆਂ ਦੌਰਾਨ ਜਦੋਂ ਇਨਕਲਾਬੀ ਤਹਿਰੀਕ ਦੀ ਕਮਾਂਡ ਰਾਸ ਬਿਹਾਰੀ ਬੋਸ ਨੂੰ ਸੌਂਪਣ ਦਾ ਫੈਸਲਾ ਹੋਇਆ ਤਾਂ ਉਹਨਾਂ ਨੂੰ ਬੰਗਾਲ ਤੋਂ ਲਿਆਉਣ ਦੀ ਜ਼ਿੰਮੇਵਾਰੀ ਪੰਡਿਤ ਜਗਤ ਰਾਮ ਨੂੰ ਸੌਂਪੀ ਗਈ, ਪਰ ਪਿਸ਼ਾਵਰ ਤੋਂ ਆਉਂਦੇ ਹੋਏ ਉਹ ਗ੍ਰਿਫਤਾਰ ਕਰ ਲਏ ਗਏ। ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿੱਚ ਸ਼ਾਮਿਲ 82 ਇਨਕਲਾਬੀਆਂ ਵਿੱਚੋਂ ਉਹ ਇੱਕ ਸਨ। ਇਹਨਾਂ ਵਿੱਚੋਂ 25 ਨੂੰ ਸਮੇਤ ਪੰਡਿਤ ਜਗਤ ਰਾਮ ਦੇ ਫਾਂਸੀ ਦਾ ਹੁਕਮ ਸੁਣਾਇਆ ਗਿਆ, ਪਰ ਪਿੱਛੋਂ ਇਹ ਸਜ਼ਾ ਉਮਰ ਕੈਦ ਜਲਾਵਤਨੀ ਵਿੱਚ ਬਦਲ ਗਈ। ਉਮਰ ਕੈਦ ਭੁਗਤਦਿਆਂ ਉਹਨਾਂ ਨੂੰ ਅੰਡੇਮਾਨ, ਰਾਜਮੁੰਦਰੀ, ਪੂਨਾ ਅਤੇ ਗੁਜਰਾਤ ਦੀਆਂ ਜੇਲ੍ਹਾਂ ਵਿੱਚ ਰੱਖਿਆ ਗਿਆ। ਰਿਹਾ ਹੋਏ ਤਾਂ ਉਹਨਾਂ ਦੀ ਸਿਹਤ ਬਹੁਤ ਕਮਜ਼ੋਰ ਹੋ ਚੁੱਕੀ ਸੀ। ਦੇਸ਼ ਦੀ ਵੰਡ ਪਿੱਛੋਂ ਪਹਿਲੀਆਂ ਚੋਣਾਂ ਵਿੱਚ ਉਹ ਵਿਧਾਇਕ ਚੁਣੇ ਗਏ। 4 ਜਨਵਰੀ 1955 ਨੂੰ ਆਪ ਵਿਛੋੜਾ ਦੇ ਗਏ। ਉਹਨਾਂ ਦੀ ਯਾਦ ਵਿੱਚ ਪਿੰਡ ਹਰਿਆਣਾ ਵਿੱਚ ਇੱਕ ਸਿਹਤ ਕੇਂਦਰ ਅਤੇ ਹੁਸ਼ਿਆਰਪੁਰ ਵਿੱਚ ਇੱਕ ਪੋਲੀਟੈਕਨਿਕ ਕਾਲਜ ਚੱਲ ਰਹੇ ਹਨ।